ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। का सफल है पर उपकारी होए, दुख सह सिर अपने सुखदाई सब कोए। जन्म मरण दोहु वह नाही, जन पर उपकारी आए। जी दान दे भगति लायन, हर स्यों लैन मिलाए। आया सफल ताहू को गनिया, जास रसन हर हर जस भनिया। आए बसहे साधु कै संगे, अन दिन नाम त्यावह रंगे। आवत सो जो नामह राता, जाको दया मया विधाता। एक है आवन फिर जोन ना आया, नानक हर कै दर्श समाया। सच्चे पातशाह गरीब नवाज दीन दुनिया दे मालिक, चबर छत्र तखत दे मालिक, समरथ गुरु परतख गुरु सतगुरु मुकत भुगत जुगत दे दाते, धन धन सतगुरु श्री गुरु ग्रंथ साहिब महाराज जी की पवित्र पावन हाजरी विखे सुभाईमान संगत जी। आप जी बड़े ही प्यार नाल सतगुरु जी की हजूरी विच बैठ के गुरबाणी जी का कीर्तन गुरमत विचारां सरवण कर रहे सीगे। कुछ समा आप जी के दर्शन करने हैं। सत्कारयोग बाबा अमरीक सिंह जी पंज भैणियां वाले वो भी संगत विच सुभाईमान हैं। कथा तो पहला 2 मिनट सारे रल के गुरमंत्र का जाप कर लिए, फिर दास इको बेनती करके खिमा मंगेगा। पहला दास बोलेगा, फिर सत्कारयोग सिख, फिर सत्कारयोग मातावां। संत महाराज संत अतर सिंह जी मस्तूआणे वाले वो इस तरीके दे नाल संगत च धारना पढ़ते सन। पहला आप, फिर सिंह जपदे सन, फिर मातावां जपदियां सन। ते 2 वार आपां गुरमंत्र कह लीए, जप लीए, फिर दास इको बेनती करके खिमा मंगेगा। प्यार नाल गज के जपियो जी। वाहेगुरु 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 वाहेगुरु। प्यार नाल गज के सारी संगत फतेह बुलाओ जी। वाहिगुरु जी का खालसा वाहिगुरु जी की फतेह। सतगुरु गुरु गोबिंद सिंह साहब श्री आनंदपुर साहब सुभाईमान हैं। बहुत सिख संगतां महाराज जी की हजूरी विच आईयां। सतगुरु जी का प्रताप
ਇੰਨਾ ਜ਼ਿਆਦਾ ਹੈ। ਪਿਆਰਿਓ, ਗੁਰੂ ਸਾਹਿਬ ਜੀ ਦੇ ਨਾਲ ਬਚਨ ਕਰਨਾ, ਗੱਲ ਕਰਨੀ ਹਰ ਇੱਕ ਦੇ ਹਿੱਸੇ ਨਹੀਂ ਸੀ ਆਉਂਦਾ। ਕੁਝ ਤਤਵੇ ਤੇ ਮਹਾਰਾਜ ਜੀ ਦੀ ਹਜ਼ੂਰੀ ਚ ਆਏ। ਉਹਨਾਂ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਅਸੀਂ ਆਤਮਾ ਦੀ ਵਿਚਾਰ ਆਪ ਜੀ ਦੇ ਨਾਲ ਕਰਨੀ ਚਾਹੁੰਦੇ ਹਾਂ। ਇਹਨੂੰ ਧਿਆਨ ਨਾਲ ਸੁਣਿਓ। ਜਦੋਂ ਉਹਨਾਂ ਮਹਾਰਾਜ ਨੂੰ ਬੇਨਤੀ ਕੀਤੀ ਨਾ, ਸੱਚੇ ਪਾਤਸ਼ਾਹ, ਅਸੀਂ ਆਤਮਾ ਦੀ ਵਿਚਾਰ ਤੁਹਾਡੇ ਨਾਲ ਕਰਨੀ ਚਾਹੁੰਦੇ ਹਾਂ, ਸਤਿਗੁਰੂ ਬੜੇ ਪ੍ਰਸੰਨ ਹੋਏ ਉਹਨਾਂ ਤੇ। ਉਹਦਾ ਕਾਰਨ, ਪਿਆਰਿਓ, ਸੰਸਾਰ ਦੀਆਂ ਗੱਲਾਂ ਬਹੁਤ ਲੋਕ ਕਰਦੇ ਆ, ਆਤਮਾ ਦੀ ਗੱਲ ਕੋਈ ਵਿਰਲਾ ਵਿਰਲਾ ਕਰਦਾ ਹੈ। ਸਤਿਗੁਰੂ ਬੜੇ ਪ੍ਰਸੰਨ ਹੋਏ। ਮਹਾਰਾਜ ਕਹਿਣ ਲੱਗੇ, ਜਿਹੜੇ ਬਚਨ ਤੁਸੀਂ ਸਾਡੇ ਨਾਲ ਕਰਨੇ ਨਾ, ਪਿਆਰੇ ਦਇਆ ਸਿੰਘ ਜੀ ਨਾਲ ਕਰ ਲੋ। ਦਇਆ ਸਿੰਘ ਸਾਡਾ ਰੂਪ ਨੇ। ਪਿਆਰੇ ਦਇਆ ਸਿੰਘ ਜੀ ਹਜ਼ੂਰੀ 'ਚ ਬੈਠੇ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਆਰੇ ਦਇਆ ਸਿੰਘ ਜੀ ਬੇਨਤੀ ਕਰਦੇ, ਮਹਾਰਾਜ, ਮੈਂ ਇਹਨਾਂ ਸਿੱਖਾਂ ਦੇ ਸਵਾਲਾਂ ਦਾ ਜਵਾਬ ਦਿਆਂਗਾ। ਮਹਾਰਾਜ ਕਹਿਣ ਲੱਗੇ, ਦਇਆ ਸਿੰਘ, ਤੁਸੀਂ ਸਾਡਾ ਹੀ ਰੂਪ ਹੋ, ਜੋ ਪੁੱਛਦੇ ਇਹਨਾਂ ਨੂੰ ਉੱਤਰ ਦਿਓ। ਪਿਆਰੇ, ਉਹਨਾਂ ਦਾ ਪਹਿਲਾ ਜਿਹੜਾ ਸਵਾਲ ਸੀ, ਬੇਨਤੀ ਸੀ, ਉਹਨੂੰ ਧਿਆਨ ਨਾਲ ਸੁਣਿਓ। ਉਹਨਾਂ ਕਿਹਾ ਸੀ, ਪਿਆਰੇ ਜੀ, ਬ੍ਰਹਮ ਗਿਆਨ ਦਾ ਅਧਿਕਾਰੀ ਕੌਣ ਹੈ? ਇਹ ਮੈਂ ਤਾਂ ਬੇਨਤੀ ਕਰਨ ਲੱਗਾ, ਤੁਸੀਂ ਇੱਕ ਮਹਾਂਪੁਰਖ ਦੀ ਯਾਦ 'ਚ ਬੈਠੇ ਹੋ, ਸ਼੍ਰੀਮਾਨ ਸੰਤ ਬਾਬਾ ਸੰਪੂਰਨ ਸਿੰਘ ਜੀ। ਸਤਿਗੁਰੂ ਬਾਣੀ 'ਚ ਲਿਖਦੇ ਆ, ਸੰਪੂਰਨ ਬੰਦਾ ਕਦੋਂ ਹੁੰਦਾ ਹੈ? ਆਪ ਜੀ ਨੂੰ ਪੰਕਤੀ ਯਾਦ ਹੋਣੀ ਹੈ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਪਰ ਆਮ ਤੌਰ ਤੇ ਜਦੋਂ ਕੋਈ ਗੁਰਮੁਖ ਪਿਆਰਾ ਸਰੀਰ ਤਿਆਗ ਦੇਵੇ, ਗੁਰੂ ਕੇ ਕੀਰਤਨੀਏ ਪਿਆਰਿਓ ਇਹ ਸ਼ਬਦ ਪੜ੍ਹਦੇ ਆ, ਸੰਪੂਰਨ ਥੀਆ ਰਾਮ। ਪਰ ਜਿਹੜਾ ਸੰਪੂਰਨ ਥੀਆ ਰਾਮ ਹੈ ਨਾ, ਇਹ ਅਵਸਥਾ ਜੀਂਦਿਆਂ ਦੀ ਸਿੱਖ ਨੂੰ ਪ੍ਰਾਪਤ ਹੁੰਦੀ ਹੈ। ਜਦੋਂ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੁੰਦੀ ਹੈ, ਉਦੋਂ ਮਨੁੱਖ ਸੰਪੂਰਨ ਹੁੰਦਾ ਹੈ। ਤੁਸੀਂ ਇੱਕ ਮਹਾਂਪੁਰਖ ਦੀ ਯਾਦ 'ਚ ਬੈਠੇ ਹੋ। ਗੁਰਮੁਖਾਂ ਨੇ ਸਵਾਲ ਕੀਤਾ, ਮਹਾਰਾਜ, ਕੌਣ ਬ੍ਰਹਮ ਗਿਆਨ ਦਾ ਅਧਿਕਾਰੀ ਹੈ? ਪਿਆਰੇ ਦਇਆ ਸਿੰਘ ਜੀ ਨੇ 4 ਲੱਛਣ ਦੱਸੇ ਜੀ। ਇਹਨੂੰ ਧਿਆਨ ਨਾਲ ਸੁਣਿਓ ਪਿਆਰਿਓ। 4 ਲੱਛਣ ਬੰਦੇ ਦੇ ਸਰੀਰ ਅੰਦਰ, ਆਤਮਾ ਅੰਦਰ ਪ੍ਰਗਟ ਹੋਣ, ਇਹਦੇ ਵਾਸਤੇ ਕਈ ਜਨਮਾਂ ਦੀ ਸਾਧਨਾ ਚਾਹੀਦੀ ਹੈ। ਇੱਕ ਜਨਮ ਦੇ ਨਾਲ ਕੋਈ ਸਾਧੂ, ਕੋਈ ਸੰਤ, ਕੋਈ ਬ੍ਰਹਮ ਗਿਆਨੀ ਨੀਚੇ ਬਣਦਾ। ਪਿੱਛੇ ਕਈ ਜਨਮਾਂ ਦਾ ਜਪ ਤਪ ਹੋਵੇ, ਫਿਰ ਜਾ ਕੇ ਇਸ ਰਸਤੇ ਤੇ ਕੋਈ ਤੁਰਦਾ ਹੈ। ਪਿਆਰੇ ਦਇਆ ਸਿੰਘ ਜੀ ਨੇ ਜਿਹੜਾ ਪਹਿਲਾ ਲੱਛਣ ਦੱਸਿਆ ਨਾ, ਉਹ ਇਹ ਦੱਸਿਆ, ਕਹਿੰਦੇ ਆ ਜਿਹੜਾ ਬ੍ਰਹਮ ਗਿਆਨ ਦਾ ਅਧਿਕਾਰੀ ਹੈ, ਸਭ ਤੋਂ ਪਹਿਲਾਂ ਉਹਦੇ ਅੰਦਰ ਬੈਰਾਗ ਹੁੰਦਾ ਹੈ। ਹੁਣ ਇਹਨੂੰ ਧਿਆਨ ਨਾਲ ਸੁਣਿਓ। ਬੈਰਾਗ ਕੀ ਹੈ? ਬੈਰਾਗ ਅਸੀਂ ਕਿਹਨੂੰ ਕਹਿੰਦੇ? 4 ਲੱਛਣ ਸਨ, ਬੈਰਾਗ, ਗਿਆਨ, ਖਟ ਸਮਤੀ ਤੇ ਮੋਕਸ਼ ਇੱਛਾ। ਮੈਂ ਕੇਵਲ ਬੈਰਾਗ ਉੱਤੇ ਬੇਨਤੀ ਕਰਕੇ ਖਿਮਾ ਮੰਗਾਂਗਾ। ਬੈਰਾਗ ਅਸੀਂ ਆਮ ਇੱਕ, ਜਿਹਨੂੰ ਮੈਂ ਕਹਾਂ ਨਾ ਮੋਟੀ ਜੀ ਉਦਾਹਰਣ, ਬਿਲਕੁਲ ਸਥੂਲ, ਬੱਚੇ ਨੂੰ ਕੋਈ ਚੀਜ਼ ਚਾਹੀਦੀ ਹੋਵੇ, ਉਹ ਵਸਤੂ ਉਹਨੂੰ ਨਾ ਮਿਲੇ, ਉਹ ਰੋਣ ਲੱਗ ਪੈਂਦਾ। ਘਰ ਦੇ ਕਹਿੰਦੇ ਆ ਰੋਂਦਾ, ਕੋਈ ਸਿਆਣਾ ਕਹੇਗਾ ਜੀ ਬੈਰਾਗ ਕਰਦਾ। ਜਦੋਂ ਕੋਈ ਵਸਤੂ, ਭਾਵ ਕੋਈ ਵੀ ਵਸਤੂ ਸਾਨੂੰ ਚਾਹੀਦੀ ਹੋਵੇ, ਨਾ ਮਿਲੇ, ਉਰੋਂ ਜਿਹੜੀ ਅੰਦਰੋਂ ਤੜਪ ਪੈਦਾ ਹੁੰਦੀ ਹੈ ਨਾ, ਉਹਨੂੰ ਬੈਰਾਗ ਕਹਿੰਦੇ ਆ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਚ ਪਿਆਰੇ ਦਇਆ ਸਿੰਘ ਜੀ ਨੇ ਦੱਸਿਆ, ਸਿੱਖੋ ਸਾਧੂ ਦਾ ਪਹਿਲਾ ਲੱਛਣ ਹੈ ਉਹਦੇ ਅੰਦਰ ਬੈਰਾਗ ਹੋਏਗਾ। ਕਿਸ ਚੀਜ਼ ਦਾ ਬੈਰਾਗ ਹੋਏਗਾ? ਪਿਆਰਿਓ, ਸਾਧੂ ਦੇ ਅੰਦਰ ਪਰਮੇਸ਼ਰ ਦੇ ਮਿਲਾਪ ਵਾਸਤੇ ਬੈਰਾਗ ਹੋਏਗਾ। ਇੱਕ ਨਿੱਕੀ ਜਿਹੀ ਕਹਾਣੀ ਇਸ ਸਾਰੀ ਗੱਲ ਨੂੰ ਖੋਲ ਦੇਗੀ। ਰਾਜਾ ਬਾਹਰ ਗਿਆ ਦੂਜੇ ਦੇਸ਼ ਨੂੰ ਜਿੱਤਣ ਵਾਸਤੇ। ਉਹ ਦੇਸ਼ ਜਿੱਤ ਗਿਆ। ਜਦੋਂ ਉਹ ਦੇਸ਼ ਜਿੱਤ ਲਿਆ ਨਾ, ਉਹਨੇ ਆਪਣਾ ਵਜ਼ੀਰ ਆਪਣੇ ਰਾਜ ਵਿੱਚ ਭੇਜਿਆ। ਵਜ਼ੀਰ ਨੂੰ ਆਖਿਆ, ਜਾ ਮੇਰੀਆਂ ਜਿੰਨੀਆਂ ਰਾਣੀਆਂ ਨੇ ਉਹਨਾਂ ਨੂੰ ਕਹੋ ਜੋ ਜੋ ਚਾਹੀਦਾ ਉਹ ਲਿਖ ਕੇ ਦੇ ਦੇਣ, ਮੈਂ ਬਾਹਰੋਂ ਆਉਣਾ ਹੈ, ਉਹਨਾਂ ਵਾਸਤੇ ਲੈ ਕੇ ਆਵਾਂਗਾ। ਵਜ਼ੀਰ ਗਿਆ, ਸਭ ਰਾਣੀਆਂ ਨੂੰ ਉਹਨੇ ਪੁੱਛਿਆ, ਕਿਸੇ ਨੇ ਕੁਝ ਲਿਖਤਾ, ਕਿਸੇ ਨੇ ਕੁਝ ਲਿਖਤਾ। ਜਿਹੜੀ ਵੱਡੀ ਰਾਣੀ ਸੀ ਨਾ, ਉਹ ਬੜੀ ਸਿਆਣੀ ਹੈ। ਵੱਡੀ ਰਾਣੀ ਨੇ ਕੀ ਕੀਤਾ? ਉਹਨੇ ਵਜ਼ੀਰ ਨੂੰ ਆਖਿਆ, ਵਜ਼ੀਰ ਮੈਨੂੰ ਇੱਕ ਰਾਤ ਦਾ ਸਮਾਂ ਦੇ। ਵਜ਼ੀਰ ਕਹਿਣ ਲੱਗਾ, ਠੀਕ ਹੈ। ਪਿਆਰਿਓ, ਰਾਤ ਰਾਣੀ ਬੈਠੀ ਸੋਚਦੀ ਹੈ ਕਿ ਵਸਤੂ ਤੇ ਕੋਈ ਨਹੀਂ ਚਾਹੀਦੀ, ਮੈਨੂੰ ਤੇ ਕੇਵਲ ਰਾਜਾ ਚਾਹੀਦਾ। ਪਿਆਰਿਓ, ਸੋਚਦੀ ਰਹੀ, ਰੋਂਦੀ ਰਹੀ। ਉਹਨੇ ਇੱਕ ਕਲਮ ਨਾਲ ਲਾਲ ਰੰਗ ਦੀ ਸਿਆਹੀ ਲੈ ਕੇ ਨਾ ਕਾਗਜ਼ ਦੇ ਉੱਤੇ ਸੱਸਾ ਤੇ ਸੱਸੇ ਨੂੰ ਕੰਨਾ ਪਾ ਦਿੱਤਾ ਜੀ। ਸਾ ਬਣ ਗਿਆ। ਉਹਨੇ ਚਿੱਠੀ ਫੋਲਡ ਕੀਤੀ, ਵਜ਼ੀਰ ਨੂੰ ਦੇਤੀ। ਵਜ਼ੀਰ ਰਾਜੇ ਕੋ ਸਭ ਰਾਣੀਆਂ ਦੀ ਚਿੱਠੀ ਲੈ ਗਿਆ। ਜਦੋਂ ਰਾਜੇ ਨੇ ਸਭ ਰਾਣੀਆਂ ਦੀ ਚਿੱਠੀ ਪੜ੍ਹੀ, ਸਭਨਾਂ ਨੂੰ ਜੋ ਜੋ ਸਮਾਨ ਚਾਹੀਦਾ ਉਹਨੇ ਮੰਗਵਾ ਲਿਆ, ਪਰ ਵੱਡੀ ਰਾਣੀ ਦੀ ਚਿੱਠੀ ਸਮਝ ਨਾ ਆਵੇ ਕਿ ਉਹਨੇ ਸਾ ਲਿਖਿਆ। ਰਾਜਾ ਕਹਿੰਦਾ, ਮੈਂ ਸਾ ਕਿੱਥੋਂ ਲੈ ਕੇ ਆਵਾਂ? ਇਹ ਸਾ ਕੀ ਹੈ? ਉਹਨੇ ਵਜ਼ੀਰ ਨੂੰ ਸੱਦਿਆ। ਕਹਿਣ ਲੱਗਾ, ਵਜ਼ੀਰ ਆ ਵੱਡੀ ਰਾਣੀ ਕੀ ਲਿਖਿਆ? ਵਜ਼ੀਰ ਸਿਆਣਾ ਸੀ। ਵਜ਼ੀਰ ਕਹਿਣ ਲੱਗਾ, ਰਾਜਾ ਸਾਹਿਬ, ਵੱਡੀ ਰਾਣੀ ਨੇ ਸਾ ਲਿਖਣ ਵਾਸਤੇ ਇੱਕ ਰਾਤ ਲਾਈ ਹੈ, ਮੈਨੂੰ ਸਮਝਣ ਵਾਸਤੇ ਵੀ ਇੱਕ ਰਾਤ ਚਾਹੀਦੀ ਹੈ। ਉਹ ਰਾਤ ਦੀਵੇ ਦੀ ਲੋਚ ਚਿੱਠੀ ਵੇਖਦਾ। ਜਦੋਂ ਉਹਨੇ ਧਿਆਨ ਨਾਲ ਚਿੱਠੀ ਦੇਖੀ ਨਾ, ਪਿਆਰਿਓ, ਉਹਨੂੰ ਚਿੱਠੀ ਦੇ ਉੱਤੇ ਕੁਝ ਹੰਝੂ ਜੰਮੇ ਹੋਏ ਨਜ਼ਰ ਆਏ। ਲਾਲ ਰੰਗ ਦਾ ਸਾ ਹੈ, ਬਾਰ-ਬਾਰ ਗੱਲ ਦੁਹਰਾਉਂਦਾ ਹੈ। ਅਖੀਰ ਉਹ ਇਕਾਗਰਤਾ 'ਚ ਬੈਠਿਆ। ਬੜੇ ਬੜੇ ਗੁਰਮੁਖ ਸਟੇਜ ਤੇ ਬੈਠੇ ਨੇ, ਸੰਗਤ 'ਚ ਬੜੇ ਬੜੇ ਗੁਰਮੁਖ ਬੈਠੇ ਨੇ। ਗੁਰਬਾਣੀ ਦੀ ਪੰਕਤੀ ਦੇ ਅਰਥ ਪੜ੍ਹਿਆਂ ਵੀ ਨਾ ਸਮਝ ਆਉਣ ਤੇ ਮੈਨੂੰ ਮਹਾਂਪੁਰਖਾਂ ਦੱਸਿਆ, ਕਹਿੰਦੇ ਵਿਸ਼ਾਲ ਸਿਆਂ, ਜਦੋਂ ਗੁਰਬਾਣੀ ਦੇ ਅਰਥ ਸਮਝ ਨਾ ਆਉਣ, ਅਰਦਾਸ ਕਰਕੇ ਚੌਂਕੜਾ ਮਾਰ ਕੇ ਸਤਿਗੁਰੂ ਦੇ ਸਾਹਮਣੇ ਬਹਿ ਜੀ, ਅਰਥ ਤੇਰੇ ਅੰਦਰੋਂ ਨਿਕਲਣਗੇ। ਅਰਥ ਨਿਕਲਣਗੇ। ਰਾਜਾ ਵਾਹਿਗੁਰੂ ਵਜ਼ੀਰ ਇਕਾਗਰਤਾ 'ਚ ਬੈਠ ਗਿਆ। ਜਦੋਂ ਇੱਕਦਮ ਇਕਾਗਰ ਹੋ ਕੇ ਬੈਠਾ ਨਾ, ਲਾਲ ਰੰਗ ਦਾ ਸਾ ਉਹਨੂੰ ਸਮਝ ਆ ਗਈ। ਪਿਆਰਿਓ, ਅੰਦਰ ਰੱਬ ਬੈਠਾ, ਇਹ ਗੱਲ ਵੱਖਰੀ ਹੈ। ਉਹਨੂੰ ਬੁਲਾਉਣਾ, ਉਹਦੀ ਗੱਲ ਨੂੰ ਸੁਣਨਾ ਹਰ ਇੱਕ ਨੂੰ ਨਹੀਂ ਆਉਂਦਾ। ਲਾਲ ਰੰਗ ਦਾ ਸਾ ਉਹਨੂੰ ਸਮਝ ਆ ਗਈ ਵੀ ਇਹ ਤੇ ਲਾਲ ਸਾ ਲਿਖਿਆ। ਲਾਲ ਸਾ ਦਾ ਅਰਥ ਹੁੰਦਾ ਚਾਹਤ, ਇੱਛਾ। ਚਿੱਠੀ ਦੇ ਉੱਤੇ ਹੰਝੂ ਜੰਮੇ ਨੇ। ਉਹਨੂੰ ਸਮਝ ਆ ਗਿਆ, ਵੱਡੀ ਰਾਣੀ ਨੂੰ ਪਦਾਰਥ ਨਹੀਂ ਚਾਹੀਦਾ, ਵੱਡੀ ਰਾਣੀ ਨੂੰ ਰਾਜਾ ਹੀ ਚਾਹੀਦਾ। ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖ ਉਹ ਸੰਗਤ ਵਿੱਚ ਆ ਗਏ। ਅਰਦਾਸ ਜਕਾਰਾ ਲਾਏਗਾ, ਸਾਰੀ ਸੰਗਤ
ਗੱਜ ਕੇ ਜਵਾਬ ਦਿਓ, ਬੋਲੇ ਸੋ ਨਿਹਾਲ। ਮਹਾਂਪੁਰਖਾਂ ਨੂੰ ਜਿਉ ਆਇਆਂ ਨੂੰ ਲਾਲ ਰੰਗ ਦਾ ਸਾਹ ਨੂੰ ਸਮਝ ਆ ਗਈ। ਦਿਨੇ ਉਹ ਰਾਜੇ ਕੋਲ ਪਹੁੰਚਿਆ। ਜਦੋਂ ਉਹ ਰਾਜੇ ਕੋਲ ਪਹੁੰਚਿਆ ਨਾ ਪਿਆਰਿਓ, ਵਜ਼ੀਰ ਕਹਿਣ ਲੱਗਾ, ਰਾਜਾ ਜੀ ਵੱਡੀ ਰਾਣੀ ਜਿਹੜੀ ਹੈ ਨਾ ਉਹ ਬਾਜੀ ਜਿੱਤ ਗਈ। ਕਹਿਣ ਲੱਗਾ ਜੀ ਉਹ ਕਿਵੇਂ? ਕਹਿਣ ਲੱਗਾ ਛੋਟੀਆਂ ਨੇ ਮੰਗੀਆਂ ਵਸਤੂਆਂ, ਵੱਡੀ ਰਾਣੀ ਨੇ ਵਸਤੂ ਨਹੀਂ ਮੰਗੀ, ਵੱਡੀ ਰਾਣੀ ਨੇ ਤੁਹਾਨੂੰ ਮੰਗਿਆ ਹੈ। ਉਹਨੇ ਲਾਲ ਰੰਗ ਦਾ ਸਾਹ ਦਾ ਭਾਵ ਹੈ ਲਾਲਸਾ, ਚਾਹਤ, ਇੱਛਾ। ਪਿਆਰਿਓ ਰਾਜਾ ਬਹੁਤ ਖੁਸ਼ ਹੋਇਆ। ਰਾਜਾ ਜਦੋਂ ਰਾਜ ਚ ਪਹੁੰਚਿਆ ਨਾ, ਛੋਟੀਆਂ ਦੇ ਕੋਲ ਤੇ ਵਸਤੂਆਂ ਗਈਆਂ, ਵੱਡੀ ਰਾਣੀ ਕੋਲ ਉਹ ਆਪ ਚਲੇ ਗਿਆ ਜੀ। ਕਈ ਦਿਨ ਹੋ ਗਏ, ਛੋਟੀਆਂ ਸਭ ਇਕੱਠੀਆਂ ਹੋ ਗਈਆਂ। ਉਹ ਰਾਜੇ ਕੋਲ ਆਈਆਂ, ਕਹਿਣ ਲੱਗੀਆਂ ਤੁਸੀਂ ਸਾਡੇ ਕੋਲ ਨਹੀਂ ਆਏ। ਰਾਜੇ ਨੇ ਕਿਹਾ ਤੁਸੀਂ ਵਸਤੂਆਂ ਮੰਗੀਆਂ, ਤੁਹਾਨੂੰ ਵਸਤੂਆਂ ਮਿਲ ਗਈਆਂ, ਜਿਹਨੇ ਮੈਨੂੰ ਮੰਗਿਆ ਸੀ ਮੈਂ ਉਹਦੇ ਕੋਲ ਪਹੁੰਚ ਗਿਆ। ਬਸ ਇੰਨਾ ਕੁ ਫਰਕ ਤੇ ਸਾਧੂ ਦਾ ਸਾਡੇ ਜੀਵਾਂ ਦਾ। ਅਸੀਂ ਵੀ ਬਾਣੀ ਪੜਾਂਗੇ 2 ਘੰਟੇ, 2.5 ਘੰਟੇ, 5 ਘੰਟੇ ਵੀ ਪੜ ਲਾਂਗੇ, ਪਰ ਉਹਦੇ ਤੋਂ ਬਾਅਦ ਮੰਗ ਸਾਡੀ ਆਪਣੀ ਹੁੰਦੀ ਹੈ। ਮਹਾਰਾਜ ਸਾਡਾ ਆਹ ਕਾਰਜ ਜੜਿਆ, ਇਹ ਕਾਰਜ ਸਵਾਰ ਦਿਓ। ਕੋਈ ਧਨ ਮੰਗਦਾ, ਕੋਈ ਕੁਝ ਮੰਗਦਾ। ਮੰਗੋ, ਮਹਾਰਾਜ ਕਹਿੰਦੇ ਤਾਣ ਮੰਗੋ, ਮਾਣ ਮੰਗੋ, ਧਨ ਲਖਮੀ ਸੁੱਤ ਦੇ, ਸਭ ਕੁਝ ਮੰਗਣਾ ਹੈ। ਪਰ ਸਾਧੂ ਕੋਈ ਪਦਾਰਥ ਨਹੀਂ ਤੇ ਮੰਗਦਾ। ਜੇ ਸਾਧੂ ਮੰਗਦਾ ਤੇ ਉਹ ਵਾਹਿਗੁਰੂ ਨੂੰ ਮੰਗਦਾ ਹੈ। ਉਹਨੂੰ ਹੋਰ ਕੁਝ ਨਹੀਂ ਚਾਹੀਦਾ, ਉਹਨੂੰ ਚਾਹੀਦਾ ਹੈ ਪਰਮੇਸ਼ਰ। ਮਹਾਰਾਜ ਦੀ ਹਜ਼ੂਰੀ 'ਚ ਪਿਆਰੇ ਦਇਆ ਸਿੰਘ ਜੀ ਨੇ ਉੱਤਰ ਦਿੱਤਾ ਸੀ, ਬ੍ਰਹਮ ਗਿਆਨ ਦਾ ਅਧਿਕਾਰੀ ਜਿਹੜਾ ਹੁੰਦਾ ਹੈ, ਸਭ ਤੋਂ ਪਹਿਲਾ ਲੱਛਣ ਉਹਦੇ ਅੰਦਰ ਬੈਰਾਗ ਪੈਦਾ ਹੁੰਦਾ ਹੈ, ਫਿਰ ਗਿਆਨ ਹੁੰਦਾ ਹੈ, ਫਿਰ ਖੱਟ ਸਮਤੀ ਹੈ, ਫਿਰ ਮੋਕਸ਼ ਇੱਛਾ ਹੈ। ਬਾਬਾ ਜੀ ਬੈਠੇ ਨੇ, ਵਿਦਿਆ ਮਾਰਤੰਡ ਨੇ ਬਾਬਾ ਜੀ, ਉਹ ਆਪ ਜੀ ਨੂੰ ਖੋਲ ਕੇ ਸੁਣਾ ਦੇਣਗੇ। ਪਰ ਮੈਂ ਆਹ ਗੱਲ ਕਹਿ ਕੇ ਸਮਾਂ ਹੋ ਗਿਆ, ਮਾਫੀ ਮੰਗ ਲਵਾਂਗਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਖ ਨਾ, ਉਹ ਕਥਾ ਕਰਦੇ ਆ, ਕਹਿੰਦੇ ਸਾਨੂੰ ਵੀ ਬੈਰਾਗ ਲੱਗਦਾ, ਪਰ ਉਹਨਾਂ ਨੇ ਬੈਰਾਗ 3 ਤਰੀਕੇ ਦਾ ਦੱਸਿਆ, ਸੌਖਾ ਜਿਹਾ। ਕਿਹੜਾ ਬੈਰਾਗ ਦੱਸਿਆ? ਉਹ ਪਹਿਲਾ ਬੈਰਾਗ ਦੱਸਦੇ ਆ, ਕਹਿੰਦੇ ਆ ਇੱਕ ਬੈਰਾਗ ਹੈ ਗਦਾ ਬੈਰਾਗ, ਇੱਕ ਹੈ ਘੋੜਾ ਬੈਰਾਗ, ਇੱਕ ਹੈ ਸ਼ੇਰ ਬੈਰਾਗ। ਉਹ ਗਦਾ ਬੈਰਾਗ ਕੀ ਹੈ? ਗਧੇ ਨੂੰ ਗਧੇ ਦੇ ਮਾਲਕ ਨੇ ਮਾਰਿਆ, ਗਧਾ ਰੁੱਸ ਗਿਆ, ਬੈਰਾਗ ਹੋ ਗਿਆ, ਘਰੋਂ ਬਾਹਰ ਚਲੇ ਗਿਆ, ਸ਼ਾਮੀ ਮੁੜ ਘੁੜ ਕੇ ਆਪੇ ਹੀ ਉੱਥੇ ਆ ਜਾਂਦਾ। ਕਈ ਵਾਰੀ ਸਾਡੀ ਜ਼ਿੰਦਗੀ 'ਚ ਕੋਈ ਐਸਾ ਇਨਸੀਡੈਂਟ ਵਰਤਦਾ, ਅਸੀਂ ਕਹਿੰਦੇ ਛੱਡੋ ਖਹਿੜਾ, ਅੱਜ ਤੋਂ ਬੰਦਗੀ ਕਰਕੇ ਰੱਬ ਨੂੰ ਹੀ ਮਿਲਣਾ। ਪਰ ਉਹ ਥੋੜੇ ਸਮੇਂ ਦਾ ਬੈਰਾਗ ਹੁੰਦਾ, ਮੁੜ ਘੁੜ ਕੇ ਅਸੀਂ ਫਿਰ ਉੱਥੇ ਹੀ ਆ ਜਾਂਦੇ, ਸੰਸਾਰ ਦੀਆਂ ਗੱਲਾਂ ਹੀ ਕਰਦੇ ਹਾਂ। ਉਹਦੇ ਤੋਂ ਬਾਅਦ ਘੋੜਾ ਬੈਰਾਗ, ਘੋੜੇ ਦਾ ਮਾਲਕ ਘੋੜੇ ਨੂੰ ਮਾਰੇ, ਘੋੜਾ ਰੁੱਸ ਕੇ ਜਾਂਦਾ, ਪਰ ਉਹਨਾਂ ਚਿਰ ਤੱਕ ਵਾਪਸ ਨਹੀਂ ਆਉਂਦਾ ਜਿੰਨਾ ਚਿਰ ਤੱਕ ਉਹਦਾ ਮਾਲਕ ਆਪ ਜਾ ਕੇ ਉਹਨੂੰ ਪਿਆਰ ਨਾਲ ਵਾਪਸ ਨਹੀਂ ਲੈ ਕੇ ਆਉਂਦਾ। ਬਸ ਇਸੇ ਤਰ੍ਹਾਂ ਇਨਸੀਡੈਂਟ ਵਰਤੇ ਸਾਨੂੰ ਬੈਰਾਗ ਲੱਗਦਾ, ਰੱਬ ਦੇ ਰਸਤੇ ਤੁਰਨਾ। ਘਰ ਦੇ ਆਉਂਦੇ ਆ, ਮੋਹ ਮਮਤਾ ਦੀਆਂ ਗੱਲਾਂ ਕਰਦੇ ਆ, ਬੰਦਾ ਮੁੜ ਉਹਨਾਂ ਵਿੱਚ ਤਬਦੀਲ ਹੋ ਜਾਂਦਾ ਹੈ। ਅਬਲ ਤੇ ਸ਼ੇਰ ਪਿੰਜਰੇ 'ਚ ਨਹੀਂ ਪੈਂਦਾ। ਮਹਾਂਪੁਰਖ ਕਹਿੰਦੇ ਜੇ ਪੈ ਜੇ ਉਹਦੇ ਤੋਂ ਬਾਅਦ ਛੁੱਟੇ ਫਿਰ ਉਹਨੂੰ ਕੋਈ ਫੜ ਨਹੀਂ ਸਕਦਾ। ਅਵਲ ਤੇ ਛੇਤੀ ਕਿਤੇ ਕਈਆਂ ਨੂੰ ਬੈਰਾਗ ਪੈਦਾ ਨਹੀਂ ਹੁੰਦਾ, ਤੇ ਜੇ ਹੋ ਜੇ ਫਿਰ ਸਾਧ ਸੰਗਤ ਜੀ ਉਹ ਮੁੜ ਵਾਪਸ ਨਹੀਂ ਆਉਂਦੇ ਜੀ। ਇਹਦੇ ਤੋਂ ਅੱਗੇ ਇੱਕ ਬੈਰਾਗ ਹੈ ਜਿਹਦੀ ਮਹਾਰਾਜ ਬਾਣੀ 'ਚ ਗੱਲ ਕਰਦੇ ਆ। ਗੁਰਮੁਖ ਘਰ ਦੇ ਵਿੱਚ ਰਹਿੰਦਾ ਹੈ, ਪਰਿਵਾਰ ਵਿੱਚ ਰਹਿੰਦਾ ਹੈ, ਇੱਛਾ ਉਹਦੀ ਇਹੋ ਹੀ ਹੁੰਦੀ ਹੈ, ਹੇ ਮੇਰੇ ਪ੍ਰਾਣਾਂ ਦੇ ਮਾਲਕ ਵਾਹਿਗੁਰੂ, ਮੇਰਾ ਮਿਲਾਪ ਕਦੋਂ ਤੁਹਾਡੇ ਨਾਲ ਹੋਏਗਾ। ਮਹਾਰਾਜ ਕਿਰਪਾ ਕਰਨ। ਪਹਿਲਾ ਹੀ ਲੱਛਣ ਮੈਂ ਬੇਨਤੀ ਕੀਤੀ ਹੈ, ਤੇ ਇਮਾਨਦਾਰੀ ਨਾਲ ਆਪਣੇ ਮਨ ਵਿੱਚ ਝਾਤੀ ਮਾਰ ਕੇ ਵੇਖ ਲਈਏ,
ਮੈਂ ਆਪਣੀ ਗੱਲ ਕਰਦਾ, ਜਿਹੜਾ ਸਾਧੂ ਨੂੰ ਬੈਰਾਗ ਪੈਦਾ ਹੁੰਦਾ ਹੈ, ਮੇਰੇ ਮਨ ਚ ਅਜੇ ਨਹੀਂ ਚ ਪੈਦਾ ਹੋਇਆ। ਕਿਉਂ? ਉਸ ਬੈਰਾਗ ਦੇ ਪੈਦਾ ਹੋਣ ਵਾਸਤੇ ਵੀ ਭਗਤੀ ਚਾਹੀਦੀ ਹੈ, ਜਪ ਤਪ ਹੋਵੇ, ਫਿਰ ਜਾ ਕੇ ਸੱਚੇ ਨਾਮ ਦੀ ਭੁੱਖ ਲੱਗਦੀ ਹੈ, ਨਹੀਂ ਤੇ ਨਾਮ ਦੀ ਭੁੱਖ ਵੀ ਨਹੀਂ ਤੇ ਬੰਦੇ ਨੂੰ ਲੱਗਦੀ। ਮਹਾਰਾਜ ਕਿਰਪਾ ਕਰਨ, ਗੁਰਮੁਖਾਂ ਦੀ ਯਾਦ 'ਚ ਬੈਠੇ ਆ, ਸਤਿਗੁਰੂ ਸਾਡੇ ਤੇ ਮਿਹਰ ਕਰਨ, ਸਾਨੂੰ ਆਪਣਾ ਬਣਾ ਲੈਣ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਤਿਕਾਰਯੋਗ ਭਾਈ ਕਬਰ ਸਿੰਘ ਜੀ, ਉਹਨਾਂ ਦਾ ਹੁਕਮ ਗੁਰਮੁਖਾਂ ਨੇ ਸੁਣਾਇਆ ਸੀਗਾ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।